ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਸ਼ੁਰੂ ਕਰਾਂਗੇ ਰੈਫਰੀਜਰੇਸ਼ਨ ਐਂਡ 에ਅਰ ਕੰਡੀਸ਼ਨਿੰਗ ਯਾਨੀ ਕਿ RAC। ਇਹ ਸਬਜੈਕਟ ਸਾਡੇ ਕੋਲ ਮਕੈਨੀਕਲ 5th ਸਮੈਸਟਰ ਦੇ ਕੋਲ ਹੈ। ਸਟਾਰਟ ਕਰਾਂਗੇ ਸਿਲੇਬਸ ਤੋਂ। ਇਹ ਆਪਣਾ ਸਿਲੇਬਸ ਹੈ RAC ਦਾ। ਇਹਨੂੰ ਤੁਸੀਂ ਪੰਜਾਬ ਟੈਕਨੀਕਲ ਐਜੂਕੇਸ਼ਨ ਬੋਰਡ ਦੀ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹੋ। ਤੁਸੀਂ ਗੂਗਲ 'ਚ ਸਰਚ ਕਰਕੇ ਵੀ ਇਹਨੂੰ ਫਾਈਂਡ ਆਊਟ ਕਰ ਸਕਦੇ ਹੋ। ਤਾਂ ਇਸ ਸਿਲੇਬਸ ਦੇ ਅਕੋਰਡਿੰਗ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣਾ ਫਸਟ ਪਾਰਟ ਹੈ ਦੈਟ ਇਜ਼ ਫੰਡਾਮੈਂਟਲਸ ਆਫ ਰੈਫਰੀਜਰੇਸ਼ਨ। ਤਾਂ ਇਸ ਦੇ ਵਿੱਚ ਆਪਾਂ ਰੈਫਰੀਜਰੇਸ਼ਨ ਕੀ ਹੁੰਦਾ ਉਹ ਡਿਸਕਸ ਕਰਾਂਗੇ। ਉਸ ਦੇ ਨਾਲ ਐਸੋਸੀਏਟਿਡ ਵੇਰੀਅਸ ਟਰਮਸ ਹੁੰਦੀਆਂ ਨੇ ਉਹ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਰੈਫਰੀਜਰੇਸ਼ਨ ਹੁੰਦਾ ਕੀ ਹੈ। ਤੁਸੀਂ ਦੇਖ ਸਕਦੇ ਹੋ ਦਾ ਟਰਮ, ਆਪਾਂ ਡੈਫੀਨੇਸ਼ਨ ਦੀ ਗੱਲ ਕਰੀਏ ਪਹਿਲਾਂ। The term refrigeration may be defined as the process of removing heat from a substance under control conditions। मतलब ਆਪਾਂ ਕਿਸੇ ਸਬਸਟੈਂਸ ਤੋਂ ਜਾਂ ਫਿਰ ਕਿਸੇ ਸਪੇਸ ਚੋਂ ਹੀਟ ਨੂੰ ਕੱਢਣਾ ਹੈ, ਹੀਟ ਨੂੰ ਰਿਮੂਵ ਕਰਨਾ ਹੈ ਅੰਡਰ ਕੰਟਰੋਲ ਕੰਡੀਸ਼ਨ। ਉਸ ਪ੍ਰੋਸੈਸ ਨੂੰ ਕਿਹਾ ਜਾਂਦਾ ਹੈ ਰੈਫਰੀਜਰੇਸ਼ਨ। ਇਹਨੂੰ ਦੂਜੇ ਵਰਡ 'ਚ ਆਪਾਂ ਕਿਵੇਂ ਐਕਸਪ੍ਰੈਸ ਕਰ ਸਕਦੇ ਹਾਂ ਕਿ ਆਪਾਂ ਕਿਸੇ ਸਪੇਸ ਚੋਂ ਹੀਟ ਕੱਢਣੀ ਹੈ ਅਤੇ ਉਸਦਾ ਟੈਂਪਰੇਚਰ ਸਰਾਊਂਡਿੰਗ ਦੇ ਟੈਂਪਰੇਚਰ ਤੋਂ ਘੱਟ ਟੈਂਪਰੇਚਰ 'ਤੇ ਮੇਨਟੇਨ ਕਰਨਾ ਹੈ। ਇਹਨੂੰ ਤੁਸੀਂ ਇਸ ਡਾਇਗਰਾਮ ਰਾਹੀਂ ਈਜ਼ੀਲੀ ਸਮਝ ਸਕਦੇ ਹੋ। ਜਿਵੇਂ ਇਹ ਆਪਣੀ ਹੈ ਕੋਲਡ ਬੋਡੀ। ਦਿਸ ਇਜ਼ ਇਹ ਕੋਲਡ ਬੋਡੀ ਜਿਹੜਾ ਕਿ ਸਪੇਸ ਹੈ ਜਿਹਨੂੰ ਆਪਾਂ ਨੂੰ ਘੱਟ ਟੈਂਪਰੇਚਰ 'ਤੇ ਕੋਲਡ ਟੈਂਪਰੇਚਰ 'ਤੇ ਮੇਨਟੇਨ ਕਰਨਾ ਹੈ। ਇਹ ਹੌਟ ਬੋਡੀ ਹੈ ਜਿਹਨੂੰ ਆਪਾਂ ਸਿੰਕ ਵੀ ਕਹਿੰਦੇ ਹਾਂ। ਆਪਣੇ ਕੇਸ 'ਚ ਇਹ ਆਪਣਾ ਐਨਵਾਇਰਮੈਂਟ ਹੋ ਜਾਵੇਗਾ। ਤਾਂ ਆਪਾਂ ਕਰਨਾ ਕੀ ਹੈ, ਆਪਾਂ ਇਸ ਕੋਲਡ ਬੋਡੀ ਤੋਂ T1 ਤੋਂ ਟੈਂਪਰੇਚਰ ਇਸ ਦਾ ਟੈਂਪਰੇਚਰ ਮੇਨਟੇਨ ਕਰਨਾ ਹੈ, ਇਸ ਦਾ ਟੈਂਪਰੇਚਰ ਰਿਡਿਊਸ ਕਰਨਾ ਹੈ। ਇਹ ਆਪਾਂ ਕਿਵੇਂ ਕਰਾਂਗੇ, ਇਸ ਬੋਡੀ ਤੋਂ Q1 ਹੀਟ ਰਿਮੂਵ ਕਰਾਂਗੇ। ਠੀਕ ਹੈ। ਅਤੇ Q1 ਹੀਟ ਨੂੰ ਰਿਮੂਵ ਕਰਨ ਲਈ ਆਪਾਂ ਨੂੰ ਕੁਝ ਵਰਕ ਦੇਣਾ ਪੜੇਗਾ, ਇਲੈਕਟ੍ਰੀਸਿਟੀ ਸਪਲਾਈ ਦੇਣੀ ਪਊਗੀ। ਉਹ ਜਿਹੜਾ ਵਰਕ ਹੈ, ਉਹ ਜਿਹੜੀ ਐਨਰਜੀ ਆਪਾਂ ਸਪਲਾਈ ਕਰ ਰਹੇ ਹਾਂ ਉਹਨੂੰ ਆਪਾਂ ਕਹਿ ਰਹੇ ਹਾਂ WR ਯਾਨੀ ਕਿ ਵਰਕ ਆਫ ਰੈਫਰੀਜਰੇਸ਼ਨ। ਇਹ ਆਪਾਂ ਵਰਕ ਪ੍ਰੋਵਾਈਡ ਕਰਾਂਗੇ। ਉਸ ਦੇ ਨਾਲ ਕੀ ਹੋਊਗਾ, ਜਿਹੜੀ ਹੀਟ ਹੈ ਉਹ ਆਪਣੀ ਰਿਜੈਕਟ ਹੋ ਜਾਊਗੀ ਸਿੰਕ 'ਚ, ਜਿਹੜੀ ਕਿਸ ਦੇ ਇਕੁਅਲ ਹੋਵੇਗੀ Q2 ਦੇ ਇਕੁਅਲ। ਹੁਣ ਤੁਸੀਂ ਇਕੁਏਸ਼ਨ ਬਣਾ ਕੇ ਦੇਖ ਸਕਦੇ ਹੋ ਕਿ ਆਪਾਂ ਇਸ ਸਿਸਟਮ 'ਚ Q1 ਹੀਟ ਐਂਟਰ ਕਰਾ ਰਹੇ ਹਾਂ, ਜਿਹੜੀ ਹੀਟ ਅਬਜ਼ੋਰਬ ਹੋ ਰਹੀ ਹੈ। ਇੱਥੇ ਆਪਾਂ WR ਵਰਕ ਐਂਟਰ ਕਰਾ ਰਹੇ ਹਾਂ ਅਤੇ ਆਪਣੀ Q2 ਹੀਟ ਨਿਕਲ ਰਹੀ ਹੈ। ਇਸ ਦੇ ਨਾਲ ਆਪਾਂ ਇਕੁਏਟ ਕਰ ਸਕਦੇ ਹਾਂ ਕਿ ਜਿਹੜੀ Q1 ਅਤੇ WR ਇਸ ਦਾ ਸਮ ਹੈ ਜਿਹੜਾ ਉਹ Q2 ਦੇ ਬਰਾਬਰ ਹੋਣਾ ਚਾਹੀਦਾ ਹੈ। ਇਸ ਦੇ ਨਾਲ ਆਪਾਂ ਨੂੰ ਇਹ ਇਕੁਏਸ਼ਨ ਮਿਲ ਜਾਂਦੀ ਹੈ Q2 ਇਜ਼ ਇਕੁਅਲ ਟੂ Q1 ਪਲੱਸ WR। ਹੁਣ ਆਪਾਂ ਇੱਕ ਹੋਰ ਟਰਮ ਡਿਸਕਸ ਕਰਾਂਗੇ ਜਿਹੜੀ ਆਪਣੀ ਰੈਫਰੀਜਰੇਟਿੰਗ ਇਫੈਕਟ। ਰੈਫਰੀਜਰੇਟਿੰਗ ਇਫੈਕਟ ਹੁੰਦਾ ਕੀ ਹੈ, ਪਹਿਲਾਂ ਆਪਾਂ ਡੈਫੀਨੇਸ਼ਨ ਦੇਖਾਂਗੇ। ਦ ਰੇਟ ਆਫ ਹੀਟ ਅਬਜ਼ੋਰਬਡ ਫਰੋਮ ਏ ਬੋਡੀ ਟੂ ਬੀ ਕੂਲਡ ਇਜ਼ ਕੋਲਡ ਰੈਫਰੀਜਰੇਟਿੰਗ ਇਫੈਕਟ। ਯਾਨੀ ਕਿ ਜਿਹੜੀ ਬੋਡੀ ਨੂੰ ਆਪਾਂ ਨੂੰ ਠੰਡਾ ਕਰਨਾ ਹੈ, ਉਹਨੂੰ ਕੂਲ ਡਾਊਨ ਕਰਨਾ ਹੈ, ਉਹਦੇ ਚੋਂ ਕਿੰਨੀ ਹੀਟ ਆਪਾਂ ਰਿਮੂਵ ਕਰ ਰਹੇ ਹਾਂ, ਉਸ ਹੀਟ ਦੀ ਕੁਆਂਟੀਟੀ ਨੂੰ ਆਪਾਂ ਕਹਿ ਰਹੇ ਹਾਂ ਰੈਫਰੀਜਰੇਟਿੰਗ ਇਫੈਕਟ। ਦੂਜੇ ਵਰਡ 'ਚ ਆਪਾਂ ਇਹਨੂੰ ਡਿਫਾਈਨ ਕਰੀਏ ਤਾਂ ਇਟ ਇਜ਼ ਦਾ ਅਮਾਊਂਟ ਆਫ ਹੀਟ ਐਨਰਜੀ ਰਿਮੂਵਡ ਪਰ ਯੂਨਿਟ ਟਾਈਮ ਫਰੋਮ ਦਾ ਸਪੇਸ ਟੂ ਬੀ ਕੂਲਡ ਬਾਈ ਦਾ ਰੈਫਰੀਜਰੇਸ਼ਨ ਪ੍ਰੋਸੈਸ। ਸੇਮ ਉਹੀ ਗੱਲ ਹੈ, ਬਸ ਉਹਨੂੰ ਥੋੜ੍ਹਾ ਜਿਹਾ ਵਰਡਸ ਨੂੰ ਚੇਂਜ ਕਰਕੇ ਦੱਸਿਆ ਗਿਆ ਹੈ। ਅਤੇ ਇਹ ਆਪਣੀ ਪਰ ਯੂਨਿਟ ਟਾਈਮ ਹੁੰਦੀ ਹੈ। ਅਤੇ ਇਹ ਦੋ ਆਪਾਂ ਤਰੀਕੇ ਨਾਲ ਐਕਸਪ੍ਰੈਸ ਕਰ ਸਕਦੇ ਹਾਂ ਇਹਨੂੰ, ਜਾਂ ਤਾਂ ਇਹਨੂੰ ਕਿਲੋਵਾਟ 'ਚ ਐਕਸਪ੍ਰੈਸ ਕਰ ਸਕਦੇ ਹਾਂ ਜਾਂ ਕਿ ਕਿਲੋ ਜੂਲ ਪਰ ਸੈਕਿੰਡ 'ਚ ਐਕਸਪ੍ਰੈਸ ਕਰ ਸਕਦੇ ਹਾਂ, ਕਿਉਂਕਿ ਆਪਾਂ ਨੂੰ ਪਤਾ ਹੈ ਜਿਹੜਾ ਜੂਲ ਪਰ ਸੈਕਿੰਡ ਹੈ ਉਹ ਆਪਣਾ ਵੋਟ ਦੇ ਇਕੁਅਲ ਹੁੰਦਾ ਹੈ। ਇਟ ਇਜ਼ ਆਲਸੋ ਕੋਲਡ ਕੈਪੈਸਿਟੀ ਆਫ ਏ ਰੈਫਰੀਜਰੇਟਰ। ਇਹਨੂੰ ਕੈਪੈਸਿਟੀ ਕਿਉਂ ਕਿਹਾ ਜਾਂਦਾ ਹੈ, ਕਿਉਂਕਿ ਜਿੰਨਾ ਜ਼ਿਆਦਾ ਆਪਣਾ ਰੈਫਰੀਜਰੇਟਿਵ ਇਫੈਕਟ ਹੋਊਗਾ ਉਨਾ ਆਪਣਾ ਵਧੀਆ ਰੈਫਰੀਜਰੇਟਰ ਹੋਊਗਾ, ਉਨਾ ਵਧੀਆ ਉਨਾ ਐਫੀਸ਼ੀਐਂਟ ਆਪਣਾ
ਰੈਫ੍ਰਿਜਰੇਸ਼ਨ ਸਿਸਟਮ ਹੋਊਗਾ। ਨੈਕਸਟ ਟਰਮ ਆਪਾਂ ਡਿਸਕਸ ਕਰਾਂਗੇ ਕੋਫੀਸ਼ੀਐਂਟ ਆਫ ਪਰਫਾਰਮੈਂਸ ਆਫ ਏ ਰੈਫ੍ਰਿਜਰੇਟਰ ਔਰ COP। ਪਹਿਲਾਂ ਡੈਫੀਨੇਸ਼ਨ ਦੇਖਦੇ ਹਾਂ। ਦ ਕੋਫੀਸ਼ੀਐਂਟ ਆਫ ਪਰਫਾਰਮੈਂਸ is the ratio of heat extracted in the refrigerator to the work done on the refrigerant। मीनिंग की है ਜਿਹੜਾ COP है वो दो चीज़ों का रेशो है। पहली चीज़ की है अपनी हीट एक्सट्रैक्टेड यानी कितनी हीट आप रेफ्रिजरेटर तो कढ़ रहे हैं। दूजी टर्म की है वर्क डन, कितना वर्क आपां नूं करना पै रहा है। तो तुसीं फार्मूला देख सकते हो COP इज इक्वल टू Q/W, where Q is amount of heat extracted in the refrigerator and W is amount of work done। ਹੁਣ ਇਹ ਚੀਜ਼ ਆਪਾਂ ਇਸ ਡਾਇਗਰਾਮ 'ਚ ਦੇਖਦੇ ਹਾਂ ਆਪਾਂ ਕਿਵੇਂ ਫਾਈਂਡ ਆਊਟ ਕਰਾਂਗੇ। ਤਾਂ COP ਸੀ ਆਪਣੀ, COP 'ਚ ਪਹਿਲੀ ਟਰਮ 'ਚ ਸੀ ਆਪਣੀ ਆਪਾਂ ਕਿੰਨੀ ਹੀਟ ਐਕਸਟ੍ਰੈਕਟ ਕਰ ਰਹੇ ਹਾਂ ਰੈਫ੍ਰਿਜਰੇਟਰ ਤੋਂ। ਤਾਂ ਆਪਾਂ ਡਾਇਗਰਾਮ 'ਚ ਦੇਖ ਸਕਦੇ ਹਾਂ, ਆਪਾਂ ਡਿਸਕਸ ਵੀ ਕੀਤਾ ਸੀ ਪਹਿਲਾਂ ਕਿ ਇਹ ਆਪਣਾ ਹੋ ਜਾਏਗਾ Q1 ਦੇ ਬਰਾਬਰ। ਦੂਜੀ ਟਰਮ ਸੀ ਕਿ ਆਪਾਂ ਇਸ ਪ੍ਰੋਸੈਸ 'ਚ ਕਿੰਨਾ ਵਰਕ ਕਰ ਰਹੇ ਹਾਂ, ਕਿੰਨੀ ਪਾਵਰ ਸਪਲਾਈ ਕਰ ਰਹੇ ਹਾਂ ਜਾਂ ਫਿਰ ਕਿੰਨੀ ਇਲੈਕਟ੍ਰੀਸਿਟੀ ਕੰਜ਼ੰਪਸ਼ਨ ਆਪਣੀ ਹੋ ਰਹੀ ਹੈ। ਤਾਂ ਇਸ ਕੇਸ 'ਚ ਆਪਣੀ ਦੈਟ ਵਾਜ਼ ਇਕੁਅਲ ਟੂ WR। ਹੁਣ ਆਪਾਂ ਦੇਖ ਸਕਦੇ ਹਾਂ ਕਿ COP ਬਾਈ ਡੈਫੀਨੇਸ਼ਨ COP ਵਿਲ ਬੀ ਇਕੁਅਲ ਟੂ Q1 by WR। ਹੁਣ ਇਸ ਦਾ ਮਤਲਬ ਕੀ ਹੈ COP ਦਾ? COP ਦਾ ਮਤਲਬ ਹੈ ਕੋਫੀਸ਼ੀਐਂਟ ਆਫ ਪਰਫਾਰਮੈਂਸ। ਆਪਾਂ ਜਿਹੜੇ ਡੈਫੀਨੇਸ਼ਨ 'ਤੇ ਦੇਖਿਆ ਇਸ ਦੇ ਵਿੱਚ ਫਾਰਮੂਲਾ ਕੀ ਬਣ ਰਿਹਾ ਹੈ Q1 by WR। यानी कि अपना Q1 यानी कि जी अपनी हीट एक्सट्रैक्ट हो रही है वो जिन्नी ज़्यादा होगी उन्ना अपना COP वधूगा। दूजे पासे WR यानी कि जी अपनी इलैक्ट्रिसिटी कंजम्पशन है या वर्क डन है वो जिन्ना घट होगा उन्ना अपना COP वधूगा। इस दे नाल की पता चलता है कि जे अपनी Q1 यानी कि जिहड़ा कूलिंग इफैक्ट है अपना यानी कि जी कैपेसिटी है रेफ्रिजरेटर की वो जिन्नी ज़्यादा होगी या फिर पावर कंजम्पशन उसकी जिन्नी ज़्यादा होगी उन्नी ज़्यादा अपनी COP वधूगी। यानी कि अपने रेफ्रिजरेटर की COP जिन्नी ज़्यादा होगी वो उन्ना वधिया होगा। हुण आपां COP नूं एफिशिएंसी ऑफ इंजन नाल कंपेयर करके देखते हैं कि इन्हां दोवां टर्म्स 'च की फ़र्क है या की सिमिलैरिटी है। तो एक इंजन लई एफिशिएंसी किवें डिफाइन करते हैं आपां थर्मोडायनिक्स 1 च पढ़िया सी। जिवें एफिशिएंसी द सिंपल मीनिंग है आउटपुट बाय इनपुट। मतलब ये है कि जिहड़ा इंजन सी उहनूं आपां एनर्जी सप्लाई करते सी कुछ ते उस दे नाल पावर आउटपुट लैंदे सी। तां जिहड़ी आउटपुट होवेगी वो होगी अपनी पावर ते इनपुट होवेगी जिहड़ी आपां एनर्जी सप्लाई कर रहे हैं। यानी कि एक वधिया इंजन लई एफिशिएंसी ज़्यादा होनी चाहिए है यानी कि आउटपुट ज़्यादा होनी चाहिए है तो इनपुट घट तो घट होनी चाहिए है। इस तरह सेम सिचुएशन अपना इत्थे COP लई है। COP भी आप ट्राई करते हैं कि अपनी ज़्यादा तो ज़्यादा रहे यानी कि जिहड़ा अपना रेफ्रिजरेशन इफैक्ट है वो ज़्यादा तो ज़्यादा रहे तो अपना वर्क डन है यानी कि जिहड़ी आपां पावर कंजम्पशन अपने रेफ्रिजरेटर च हो रही है वो घट तो घट रहे। हुण आपां एक न्यूमैरिकल प्रॉब्लम डिस्कस करते हैं। पहला देखते हैं आपां स्टेटमेंट। तो क्वेश्चन ये है फाइंड द COP ऑफ ए रेफ्रिजरेशन सिस्टम इफ द वर्क इनपुट इज़ 80 किलोजूल पर kg and refrigeration effect produced is 160 किलोजूल पर kg। हुण आपां नूं दो चीज़ां दित्तियां ने इत्थे। पहले अपना वर्क इनपुट जो कि अपना 80 किलोजूल पर kg, दूजे अपना रेफ्रिजरेशन इफैक्ट दैट इज़ 160 किलोजूल पर kg।
ਆਪਾਂ ਕੋਫੀਸ਼ੀਐਂਟ ਆਫ ਪਰਫੋਰਮੈਂਸ यानी कि COP फाइंड आउट करना है। तो ਆਪਾਂ ਜਿਵੇਂ ਡਿਸਕਸ ਕੀਤਾ ਸੀ COP ਆਪਣਾ ਹੋ ਜਾਏਗਾ ਰੈਫ੍ਰਿਜਰੇਸ਼ਨ ਇਫੈਕਟ डिवाइड बाय वर्क डन। ठीक है, इस दे विच आपां वैल्यू पुट कर सकते हैं। रेफ्रिजरेशन इफैक्ट अपना आ गया 160 किलो जूल पर kg, यानी कि 160 डिवाइड बाय वर्क डन यानी कि 80 किलो जूल पर kg। तो ये आ गया अपना वर्क डन, दैट इज़ 80 किलो जूल पर kg। आप इनू डिवाइड करांगे तो अपनी COP आ जाएगी 2। सो 2 इज़ द आंसर, 2 इज़ द COP ऑफ दिस सिस्टम। नाउ अपना नेक्स्ट टॉपिक है यूनिट्स ऑफ रेफ्रिजरेशन, यानी कि जी रेफ्रिजरेशन है उन्होंने आप किन्ना यूनिट्स च मेजर करांगे। तो पहला डेफिनेशन देख लेंगे हैं। कैपेसिटी ऑफ रेफ्रिजरेशन यूनिट इज़ जनरली डिफाइंड इज़ इन टर्म्स ऑफ रेफ्रिजरेशन। मतलब जोड़ा कोई अपनी रेफ्रिजरेशन यूनिट है वो आपां कैपेसिटी डिफाइन करनी है तो आप टन्स ऑफ रेफ्रिजरेशन च करांगे। नाउ एक टन नूं आपां किवें डिफाइन करांगे। इट इज़ डिफाइंड एज द क्वांटिटी ऑफ हीट टू बी रिमूव्ड इन ऑर्डर टू फॉर्म 1 टन ऑफ आइस at 0 degree Celsius in 24 hours from liquid water at 0 degree Celsius। मीनिंग की है कि अपने कोल 1 टन यानी कि 1000 किलोग्राम पानी का है वो अपना 0 डिग्री सैल्सीਅस ते हैगा। ਉਹਨੂੰ ਆਪਾਂ ਕਨਵਰਟ ਕਰਨਾ ਚਾਹੁੰਦੇ ਹਾਂ ਆਈਸ 'ਚ ਜਿਹੜੀ ਆਪਣੀ 0 डिग्री ਸੈਲਸੀਅਸ ਤੇ ਹੋਵੇਗੀ ਤੇ ਆਪਣੇ ਕੋਲ ਟਾਈਮ ਹੈਗਾ 24 ਆਵਰਸ ਦਾ। ਇਸ ਦੇ ਵਿੱਚ ਜਿੰਨੀ ਐਨਰਜੀ ਲੱਗੂਗੀ ਉਹਨੂੰ ਆਪਾਂ ਕਹਿੰਦੇ ਆ 1 ਟਨ, ਰਾਈਟ। ਤਾਂ 1 ਟਨ ਕਿੰਨਾ ਹੋ ਗਿਆ? 1 ਟਨ ਆਫ ਰੈਫ੍ਰਿਜਰੇਸ਼ਨ ਦਾ ਮਤਲਬ ਕੀ ਹੈ ਕਿ ਕਿੰਨੀ ਐਨਰਜੀ ਆਪਾਂ ਨੂੰ 1 ਟਨ ਪਾਣੀ ਨੂੰ 0 डिग्री ਸੈਲਸੀਅਸ ਤੋਂ ਆਈਸ 'ਚ ਬਦਲਣ ਲਈ ਚਾਹੀਦੀ ਹੋਵੇਗੀ 24 ਘੰਟੇ ਦੇ ਟਾਈਮ ਵਿੱਚ। ਤਾਂ ਜੇ इसकी वैल्यू की गल करिए तो ये अपनी निकल के आती है 3.5 किलोवाट या फिर 210 किलो जूल पर मिनट। इनू आप शॉर्ट च 1 TR कहने। 1 TR मतलब 1 टन ऑफ रेफ्रिजरेशन, यानी कि 1 TR किस दे इक्वल हो गया 3.5 किलोवाट। ठीक है, नाउ नैक्सट है अपना मैथड्स ऑफ रेफ्रिजरेशन। अपने कोल रेफ्रिजरेशन करने के 2 मैथड ने, वन इज़ नैचुरल मैथड एंड वन इज़ आर्टिफिशियल मैथड। जोड़ा आर्टिफिशियल मैथड है उन्होंने आप मकैनिकल रेफ्रिजरेशन भी कहते हैं। हुण जोड़ा नैचुरल मैथड है उस दे विच आप आइस नूं मैल्ट करा के रेफ्रिजरेशन करते हैं। दूजे पासे अपना मकैनिकल रेफ्रिजरेशन या फिर आर्टिफिशियल रेफ्रिजरेशन है। इस दे विच एक लिक्विड रेफ्रिजरेंट यूज़ होंदा है, उसकी इवैपोरेशन होंदी है तो एक सर्किट बनता है जिस दे विच डिफरेंट मकैनिकल इक्विपमेंट्स होंदे ने, जिवें कि आप देख सकते हैं कंप्रैसर हो गया, कंडेंसर हो गया, एक्सपेंशन डिवाइस होगी, इवैपोरेटर हो गया। यानी कि इन ਜਿਹੜੇ इक्विपमेंट्स ने इन्हां दे नाल एक सर्किट बनूगा, उस सर्किट च कोई लिक्विड रेफ्रिजरेंट फ्लो करूगा तो उस लिक्विड रेफ्रिजरेंट के फ्लो करन तो बाद उसकी इवैपोरेशन होगी, उस दे करके सिस्टम च कूलिंग ऑब्टेन आपां कर सकते हैं। पहला डिस्कस करते हैं पहला मैथड, दैट इज़ नैचुरल मैथड। इन दिस मैथड आइस और स्नो इज़ यूज्ड। इस मैथड च आइस बर्फ या फिर स्नो यूज़ की जाती है। हुण इस हुंदा की है, जिहड़ी अपनी आइस है वो 0 डिग्री सैल्सीਅस ते मैल्ट होंदी है। इसे तुसीं देख सकते हो
0 ਡਿਗਰੀ ਸੈਲਸੀਅਸ ਤੇ ਮੈਲਟ ਹੁੰਦੀ ਹੈ। ਹੁਣ ਆਈਸ ਨੂੰ ਆਪਾਂ ਦੂਜੇ ਸਬਸਟੈਂਸ ਨਾਲ ਜਿਹਨੂੰ ਆਪਾਂ ਕੂਲ ਕਰਨਾ ਹੈ ਉਸ ਦੇ ਨਾਲ ਰੱਖਿਆ ਜਾਂਦਾ ਹੈ। ਉਸ ਦੇ ਨਾਲ ਰੱਖਣ ਨਾਲ ਕੀ ਹੋਊਗਾ, ਆਈਸ ਮੈਲਟ ਹੋਊਗੀ ਤਾਂ ਆਈਸ ਮੈਲਟ ਹੋਣ ਲਈ ਜਿਹੜੀ ਐਨਰਜੀ ਲਊਗੀ, ਜਿਹੜੀ ਹੀਟ ਲਊਗੀ, ਉਹ ਕਿੱਥੋਂ ਅਬਜ਼ੋਰਵ ਕਰੂਗੀ, ਉਸ ਸਬਸਟੈਂਸ ਤੋਂ ਅਬਜ਼ੋਰਵ ਕਰੂਗੀ ਜਿਹਨੂੰ ਆਪਾਂ ਕੂਲ ਡਾਊਨ ਕਰਨਾ ਹੈ ਜਾਂ ਫਿਰ ਜਿਸ ਸਪੇਸ ਨੂੰ ਆਪਾਂ ਕੂਲ ਡਾਊਨ ਕਰਨਾ ਹੈ। ਤਾਂ ਇਸ ਦੇ ਨਾਲ ਕੀ ਹੋਵੇਗਾ, ਜਿਹੜੀ ਆਪਣੀ ਆਈਸ ਹੈ ਉਹ ਗਰਮ ਹੋ ਕੇ ਪਾਣੀ 'ਚ ਬਦਲ ਜੂਗੀ, ਪਰ ਜਿਹੜਾ ਸਬਸਟੈਂਸ ਹੈ ਜਿਹਨੂੰ ਆਪਾਂ ਕੂਲ ਕਰਨਾ ਹੈ ਉਸ ਦਾ ਟੈਂਪਰੇਚਰ ਆਪਣਾ ਡਿਕਰੀਜ਼ ਹੋ ਜਾਏਗਾ। ਯਾਨੀ ਕਿ ਜਿਹੜੀ ਆਈਸ ਹੈ ਉਹ ਆਪਣੀ ਉਸ ਸਬਸਟੈਂਸ ਦਾ ਦੀ ਹੀਟ ਐਬਜ਼ੋਰਬ ਕਰ ਲਵੇਗੀ, ਉਸ ਦੀ ਕੂਲਿੰਗ ਕਰ ਦੇਵੇਗੀ। ਜਿਹੜੀ ਆਈਸ ਦੀ ਲੇਟੈਂਟ ਹੀਟ ਹੈ ਉਹ ਆਪਣੀ ਤਕਰੀਬਨ 324 ਕਿਲੋ ਜੂਲ ਪਰ kg, ਯਾਨੀ ਕਿ 1 ਕਿਲੋਗ੍ਰਾਮ ਜਿਹੜੀ ਆਈਸ ਹੈ ਆਪਣੀ ਉਹ 324 ਕਿਲੋ ਜੂਲ ਹੀਟ ਸਬਸਟੈਂਸ ਤੋਂ ਕੱਢ ਸਕਦੀ ਹੈ, ਉਨੀ ਰੈਫ੍ਰਿਜਰੇਸ਼ਨ ਪ੍ਰੋਵਾਈਡ ਕਰ ਸਕਦੀ ਹੈ। ਜਿਹੜਾ ਇਹ ਮੈਥਡ ਹੈ ਇਹ ਕਾਫੀ ਸਲੋ ਹੁੰਦਾ ਹੈ ਅਤੇ ਇੰਨਾ ਜ਼ਿਆਦਾ ਐਫੀਸ਼ੀਐਂਟ ਵੀ ਨਹੀਂ ਹੁੰਦਾ। ਇਸ ਕਰਕੇ ਅਤੇ ਦੂਜੀ ਗੱਲ ਇਹ ਵੀ ਹੈ ਕਿ ਅੱਜ ਕੱਲ੍ਹ ਜਿਹੜੀ ਆਪਣੀ ਰੈਫ੍ਰਿਜਰੇਸ਼ਨ ਰਿਕੁਆਇਰਮੈਂਟ ਹੈ ਉਹ ਬਹੁਤ ਜ਼ਿਆਦਾ ਵੱਧ ਗਈ ਹੈ। ਇਸ ਕਰਕੇ ਜਿਹੜਾ ਇਹ ਮੈਥਡ ਹੈ ਇਹ ਬਹੁਤ ਜ਼ਿਆਦਾ ਯੂਜ਼ ਨਹੀਂ ਹੁੰਦਾ, ਨਵੀਂ ਟੈਕਨੋਲੋਜੀਜ਼ ਆ ਗਈਆਂ ਨੇ, ਉਸ ਕਰਕੇ ਇਹ ਓਬਸਲੇਟ ਹੋ ਗਿਆ ਹੈ, ਇਹ ਪੁਰਾਣਾ ਹੋ ਗਿਆ ਹੈ ਅਤੇ ਆਪਾਂ ਜਿਹੜੀ ਦੂਜੀ ਟੈਕਨੀਕਸ ਨੇ ਉਹ ਯੂਜ਼ ਕਰਦੇ ਹਾਂ। ਨੈਕਸਟ ਇਜ਼ ਮਕੈਨੀਕਲ ਔਰ ਆਰਟੀਫਿਸ਼ੀਅਲ ਰੈਫ੍ਰਿਜਰੇਸ਼ਨ। ਜਿਵੇਂ ਆਪਾਂ ਪਹਿਲਾਂ ਡਿਸਕਸ ਕੀਤਾ ਸੀ, ਇਸ ਦੇ ਵਿੱਚ ਡਿਫਰੈਂਟ ਮਕੈਨੀਕਲ ਕੰਪੋਨੈਂਟ ਹੁੰਦੇ ਨੇ, ਜਿਵੇਂ ਕੰਪਰੈਸਰ ਹੋ ਗਿਆ, ਇਵੈਪਰੇਟਰ ਹੋ ਗਿਆ, ਅਤੇ ਉਹਨਾਂ ਨੂੰ ਕਨੈਕਟ ਕਰਦਾ ਹੋਇਆ ਇੱਕ ਸਿਸਟਮ ਹੁੰਦਾ ਹੈ। ਉਸ ਸਿਸਟਮ ਦੇ ਵਿੱਚ ਇੱਕ ਰੈਫ੍ਰਿਜਰੈਂਟ ਫਲੋ ਕਰਦਾ ਹੈ। ਉਹ ਰੈਫ੍ਰਿਜਰੈਂਟ ਹੈ ਜਿਹੜਾ ਉਹ ਇਵੈਪੋਰੇਟ ਹੁੰਦਾ ਹੈ। ਇਵੈਪੋਰੇਟ ਹੋਣ 'ਤੇ ਉਹ ਸਪੇਸ, ਜਿਹੜਾ ਵੀ ਆਪਣਾ ਸਪੇਸ ਹੈ, ਸਬਸਟੈਂਸ ਹੈ ਜਿਹਦੀ ਕੂਲਿੰਗ ਕਰਨੀ ਹੈ, ਉਹ ਤੋਂ ਹੀਟ ਖਿੱਚ ਲੈਂਦਾ ਹੈ ਅਤੇ ਆਪਣਾ ਰੈਫ੍ਰਿਜਰੇਸ਼ਨ ਪ੍ਰੋਡਿਊਸ ਹੋ ਜਾਂਦੀ ਹੈ। ਜਿਵੇਂ ਕਿ ਇੱਥੇ ਤੁਸੀਂ ਦੇਖ ਸਕਦੇ ਹੋ, ਜਿਹੜਾ ਆਪਣਾ ਮਕੈਨੀਕਲ ਔਰ ਆਰਟੀਫਿਸ਼ੀਅਲ ਰੈਫ੍ਰਿਜਰੇਸ਼ਨ ਹੈ ਉਹ ਰਿਵਰਸ ਕਾਰਨੋਟ ਸਾਈਕਲ 'ਤੇ ਵਰਕ ਕਰਦੀ ਹੈ। ਬੇਸਿਕ ਇਸ ਦੇ ਵਿੱਚ ਕੀ ਹੁੰਦਾ, ਜਿਵੇਂ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ, ਇੱਕ ਹੌਟ ਰਿਜ਼ਰਵੋਇਰ ਹੁੰਦਾ ਹੈ, ਇੱਕ ਕੋਲਡ ਰਿਜ਼ਰਵੋਇਰ ਹੁੰਦਾ ਹੈ। ਇਹ ਜਿਹੜਾ ਕੋਲਡ ਰਿਜ਼ਰਵੋਇਰ ਹੈ ਇਹ ਉਹ ਸਪੇਸ ਹੈ ਜਿਹੜਾ ਆਪਾਂ ਜਿਸ ਦੀ ਆਪਾਂ ਕੂਲਿੰਗ ਕਰਨੀ ਹੈ। ਹੌਟ ਰਿਜ਼ਰਵੋਇਰ ਮਤਲਬ ਆਪਣਾ ਜਿਹੜਾ ਸਰਾਊਂਡਿੰਗਸ ਨੇ, ਬਾਹਰ ਦਾ ਐਟਮੋਸਫੇਅਰ ਹੈ ਜਿਸ ਦੇ ਵਿੱਚ ਆਪਾਂ ਹੀਟ ਰਿਜੈਕਟ ਕਰਾਂਗੇ। ਇਹ ਆਪਣਾ ਰੈਫ੍ਰਿਜਰੇਟਰ ਹੋ ਗਿਆ, ਇਸ ਦੇ ਵਿੱਚ ਆਪਾਂ ਵਰਕ ਇਨਪੁਟ ਪ੍ਰੋਵਾਈਡ ਕਰਾਂਗੇ ਜਿਹੜੀ ਕਿ ਆਪਣੀ ਇਲੈਕਟ੍ਰੀਸਿਟੀ ਦੇ ਥਰੂ ਹੋਊਗੀ ਯੂਜ਼ੂਅਲੀ, ਅਤੇ ਇਸ ਦੇ ਵਿੱਚ ਆਪਣੀ ਕਿਊ ਹੀਟ ਰਿਮੂਵ ਹੋਊਗੀ, ਆਪਾਂ ਇਹਨੂੰ Q1 ਕਹਿ ਸਕਦੇ ਹਾਂ, ਅਤੇ ਦੂਜੇ ਪਾਸੇ Q2 ਹੀਟ ਆਪਣੀ ਰਿਜੈਕਟ ਹੋਊਗੀ। ਸੋ ਇਹ ਬੇਸਿਕ ਪ੍ਰਿੰਸੀਪਲ ਹੈ ਮਕੈਨੀਕਲ ਔਰ ਆਰਟੀਫਿਸ਼ੀਅਲ ਰੈਫ੍ਰਿਜਰੇਸ਼ਨ ਦਾ। ਇਸ ਦੇ ਵਿੱਚ ਅੱਗੇ ਡਿਫਰੈਂਟ ਟਾਈਪਸ ਹੁੰਦੇ ਨੇ ਐਜ਼ ਪਰ ਰਿਕੁਆਇਰਮੈਂਟ। ਜਿਵੇਂ ਆਪਣਾ ਵੇਪਰ ਕੰਪਰੈਸ਼ਨ ਸਾਈਕਲ ਆਪਾਂ ਯੂਜ਼ ਕਰਦੇ ਹਾਂ, ਕਿਤੇ ਆਪਾਂ ਵੇਪਰ ਅਬਜ਼ੋਰਪਸ਼ਨ ਸਾਈਕਲ ਯੂਜ਼ ਕਰਦੇ ਹਾਂ। ਹੋਰ ਵੀ ਕਾਫੀ ਸਾਰੇ ਸਿਸਟਮ ਹੁੰਦੇ ਨੇ, ਰੈਫ੍ਰਿਜਰੇਸ਼ਨ ਸਿਸਟਮ ਹੁੰਦੇ ਨੇ, ਜਿਹਨੂੰ ਆਪਾਂ ਅਕੋਰਡਿੰਗ ਟੂ ਡਿਮਾਂਡ, ਅਕੋਰਡਿੰਗ ਟੂ ਰਿਕੁਆਇਰਮੈਂਟ ਯੂਜ਼ ਕਰ ਸਕਦੇ ਹਾਂ।